वाहिगुरु जी का खालसा वाहिगुरु जी की फतेह जी. In yesterday's video, we discussed and translated the second pauri of Japji Sahib Ji. Today we will be trying to understand what Guru Pasha is trying to explain to us in the third pauri. ਕੱਲ੍ਹ ਵਾਲੀ ਵੀਡੀਓ ਦੇ ਵਿੱਚ ਆਪਾਂ ਜਪਜੀ ਸਾਹਿਬ ਜੀ ਦੀ ਦੂਸਰੀ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ. ਅੱਜ ਇਸ ਲੜੀ ਨੂੰ ਅੱਗੇ ਤੋਰਦੇ ਹਾਂ. ਜਪਜੀ ਸਾਹਿਬ ਜੀ ਦੀ ਤੀਸਰੀ ਪੌੜੀ ਨੂੰ ਵਿਚਾਰਨ ਦਾ ਯਤਨ ਕੀਤਾ ਜਾਵੇਗਾ. ਸੋ ਫਰਸਟ ਐਂਡ ਫੋਰਮੋਸਟ let us begin by doing the part of this pauri followed by its translation. ਆਓ ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੀ ਤੀਸਰੀ ਪੌੜੀ ਦੇ ਪਾਠ ਦੇ ਨਾਲ ਜੁੜੀਏ ਔਰ ਉਸ ਤੋਂ ਉਪਰੰਤ ਇਸ ਪੌੜੀ ਦੀ ਵਿਆਖਿਆ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਵੇਗੀ ਜੀ. ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ. ਧੰਨ ਵਾਹਿਗੁਰੂ ਸਾਹਿਬ ਜੀ. ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਕਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰਦੇ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥ ਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ. So as we discussed yesterday, in the second pauri of Japji Sahib, Guru Padshah explains what it means to walk in harmony, what it means to walk in accordance with the law of nature. ਜਿਵੇਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਵੀ ਆਪਾਂ ਵਿਚਾਰ ਸਾਂਝੇ ਕੀਤੇ ਸਨ ਕਿ ਗੁਰੂ ਪਾਤਸ਼ਾਹ ਜਪਜੀ ਸਾਹਿਬ ਜੀ ਦੀ ਦੂਸਰੀ ਪੌੜੀ ਦੇ ਵਿੱਚ ਹੁਕਮ ਦੀ ਵਿਆਖਿਆ ਖੋਲ੍ਹਦੇ ਹੋਏ ਸਾਨੂੰ ਇਹ ਗੱਲ ਸਮਝਾਉਂਦੇ ਹਨ ਕਿ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਜੀਆ ਕਿਵੇਂ ਜਾ ਸਕਦਾ ਹੈ. And in today's pauri, in this pauri that we will be discussing today, Guru Padshah explains to us that a lot of the people of the world, instead of trying to walk in harmony, instead of trying to connect themselves with that law of nature, what do? They have created their own God. The Pujari system has created its own God, and what has it done? It gives its own God attributes. God is the possessor of these virtues, and if you want God to weigh in your favor, if you want God to be in your favor, what do you have to do? You have to come to me. You have to come to the religious clergy and give donations in the name of religion, and then they will do ardas in front of that God, and then that God will bestow his mercy upon you. ਗੁਰੂ ਪਾਤਸ਼ਾਹ ਕਹਿੰਦੇ ਨੇ ਦੁਨੀਆ ਦੇ ਬਹੁਤ ਸਾਰੇ ਲੋਕ ਕੁਦਰਤੀ ਕਾਨੂੰਨ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਕੁਦਰਤ ਦੇ ਨਿਯਮਾਂ ਨੂੰ ਸਮਝਣਾ ਨਹੀਂ ਚਾਹੁੰਦੇ, ਤੇ ਉਹ ਨਿਯਮਾਂ ਨੂੰ ਸਮਝਣ ਦੀ ਬਜਾਏ ਕੀ ਕਰਦੇ ਨੇ? ਪੁਜਾਰੀ ਢਾਂਚਾ ਕਿਸ ਬੇਸ ਤੇ ਖੜਾ ਹੈ ਵੀ ਇੱਕ ਰੱਬ ਉਹਨਾਂ ਨੇ ਬਣਾ ਲਿਆ, ਇੱਕ ਰੱਬ ਘੜ ਲਿਆ, ਤਾਂ ਫਿਰ ਰੱਬ ਦੇ ਗੁਣ ਉਹ ਆਪ ਬਿਆਨ ਕਰਕੇ ਦੱਸਦੇ ਨੇ ਕਿ ਰੱਬ ਦੇ ਆ ਗੁਣ ਹਨ, ਤੇ ਜੇ ਤੁਸੀਂ ਰੱਬ ਜੀ ਦੀ ਕਿਰਪਾ ਆਪਣੇ ਉੱਪਰ ਮਹਿਸੂਸ ਕਰਨੀ ਚਾਹੁੰਦੇ ਹੋ, ਜੇ ਤੁਸੀਂ ਰੱਬ ਜੀ ਦੀ ਕਿਰਪਾ ਦੇ ਪਾਤਰ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸਾਡੇ ਕੋਲ ਆਉਣਾ ਪਵੇਗਾ. ਅਸੀਂ ਤੁਹਾਡੇ ਲਈ ਅਰਦਾਸ ਕਰਾਂਗੇ, ਅਸੀਂ ਤੁਹਾਡੇ ਬਿਹਾਫ 'ਤੇ ਅਰਦਾਸ ਕਰਾਂਗੇ, ਤਾਂ ਫਿਰ ਰੱਬ ਸਾਡੀ ਸੁਣ ਲਵੇਗਾ ਤੇ ਤੁਹਾਡੇ ਉੱਤੇ ਕਿਰਪਾ ਦਾ ਮੀਂਹ ਵਰਸਾਵੇਗਾ. Guru Padshah says that instead of understanding that law of nature, what do the people of the world do? Gave ko taan huve kise taan. According to their own situation, they depict the strength of God. If they need food, if they need
clothing, if they need a house, what do they say? They say that my God has the ability to bless me with these things. ਕਹਿੰਦੇ ਨੇ ਕੁਦਰਤ ਦੇ ਕਾਨੂੰਨ ਨੂੰ ਸਮਝਣ ਦੀ ਬਜਾਏ, ਉਹਦੇ ਮੁਤਾਬਕ ਚੱਲਣ ਦੀ ਬਜਾਏ ਦੁਨੀਆ ਦੇ ਲੋਕ ਕੀ ਕਹਿੰਦੇ ਹਨ? ਉਹ ਆਪੋ ਆਪਣੀ ਸਮਰੱਥਾ ਮੁਤਾਬਕ, ਆਪੋ ਆਪਣੇ ਸਿਚੁਏਸ਼ਨ ਦੇ ਮੁਤਾਬਕ, ਆਪੋ ਆਪਣੇ ਮਾਹੌਲ ਦੇ ਮੁਤਾਬਕ ਰੱਬ ਜੀ ਦੀ ਤਾਕਤ ਨੂੰ ਬਿਆਨ ਕਰਦੇ ਨੇ। ਵੀ ਫਰਜ਼ ਕਰ ਲਓ ਮੈਨੂੰ ਪੈਸਿਆਂ ਦੀ ਲੋੜ ਹੈ, ਮੈਨੂੰ ਮਕਾਨ ਦੀ ਲੋੜ ਹੈ, ਮੈਨੂੰ ਪਦਾਰਥਾਂ ਦੀ ਲੋੜ ਹੈ, ਤਾਂ ਫਿਰ ਮੈਂ ਕਹਾਂ ਕਿ ਰੱਬ ਦੇ ਕੋਲ ਇੰਨੀ ਤਾਕਤ ਹੈ ਕਿ ਉਹ ਮੈਨੂੰ ਪਦਾਰਥ ਬਖਸ਼ ਸਕਦਾ ਹੈ, ਰੱਬ ਮੈਨੂੰ ਸੋਹਣਾ ਘਰ ਬਖਸ਼ ਸਕਦਾ ਹੈ, ਰੱਬ ਮੈਨੂੰ ਪੈਸੇ ਬਖਸ਼ ਸਕਦਾ ਹੈ। ਆਪੋ ਆਪਣੀ ਸਮਰੱਥਾ ਮੁਤਾਬਕ ਰੱਬ ਜੀ ਦੀ ਵਡਿਆਈ ਬਿਆਨ ਕਰਦੇ ਹਨ, ਆਪੋ ਆਪਣੀ ਸਮਰੱਥਾ ਮੁਤਾਬਕ ਰੱਬ ਜੀ ਦੀ ਤਾਕਤ ਬਿਆਨ ਕਰਦੇ ਹਨ। ਤੇ ਗਾਵੇ ਕੋ ਦਾਤ ਜਾਣੇ ਨਿਸ਼ਾਨ। And when they obtain those blessings that they desire, when they obtain a house, when they obtain the clothing that they need, when they obtain the money that they desire, what do they say? They say that this is the mark of God. ਪਹਿਲੋਂ ਉਹ ਰੱਬ ਦੀ ਤਾਕਤ ਬਿਆਨ ਕਰਦੇ ਹਨ ਆਪੋ ਆਪਣੀ ਲੋੜ ਦੇ ਮੁਤਾਬਕ, ਤਾਂ ਫਿਰ ਜਦੋਂ ਉਹਨਾਂ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ, ਕੀ ਕਹਿੰਦੇ ਨੇ? ਕਹਿੰਦੇ ਨੇ ਰੱਬ ਜੀ ਨੇ ਇਹ ਸਾਨੂੰ ਨਿਸ਼ਾਨਾ ਬਖਸ਼ਿਆ, ਵੀ ਇਹ ਰੱਬ ਜੀ ਦਾ ਨਿਸ਼ਾਨਾ ਹੈ, ਰੱਬ ਨੇ ਸਾਡੇ ਉੱਤੇ ਕਿਰਪਾ ਕੀਤੀ ਤਾਂ ਆ ਦਾਤਾਂ ਸਾਨੂੰ ਬਖਸ਼ੀਆਂ। ਫਿਰ ਕੀ ਕਰਦੇ ਨੇ? ਫਿਰ ਪੁਜਾਰੀ ਦੇ ਕੋਲ ਜਾਂਦੇ ਨੇ, ਫਿਰ ਧਰਮ ਦੇ ਨਾਮ ਤੇ ਦਾਨ ਪੁੰਨ ਕਰਦੇ ਨੇ। They do not say that God is within me. They do not say that nature blessed me with the ability to fulfill my own needs. They do not want to give themselves that boost of self-confidence. Instead, what do they say? They say that this religious man, this God man helped me to obtain these blessings, so what am I going to do? I'm going to give him charity. I'm going to give him donations in the name of religion. ਗਾਵੇ ਕੋ ਗੁਣ ਵਡਿਆਈਆਂ ਚਾਰ। ਕਈ ਰੱਬ ਜੀ ਦੇ ਸੋਹਣੇ ਗੁਣਾਂ ਨੂੰ ਬਿਆਨ ਕਰਦੇ ਨੇ, ਵੀ ਇੱਕ ਰੱਬ ਘੜ ਲਿਆ, ਉਹਦੇ ਗੁਣ ਘੜ ਲਏ ਤੇ ਉਹਨਾਂ ਗੁਣਾਂ ਦਾ ਫਿਰ ਜਾਪ ਕਰਦੇ ਨੇ। ਉਹਨਾਂ ਗੁਣਾਂ ਨੂੰ ਧਾਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਉਹਨਾਂ ਗੁਣਾਂ ਦਾ ਫਿਰ ਜਾਪ ਕਰਦੇ ਵੀ ਸਾਡਾ ਰੱਬ ਇੱਦਾਂ ਦਾ ਹੈ, ਸਾਡਾ ਰੱਬ ਉੱਦਾਂ ਦਾ ਹੈ, ਸਾਡੇ ਰੱਬ ਦੇ ਕੋਲ ਆਹ ਗੁਣ ਹਨ। ਵੀ they invented their own God and they gave their own God attributes, and instead of trying to obtain those virtues, what do they say? They say that our God is the possessor of these virtues. Gave ko vidya vikam vichar. Some do harsh studies of religious texts, thinking that by doing this part, by reading this text, I will become closer to God. ਕੋਈ ਰੱਬ ਦੇ ਨੇੜੇ ਹੋਣ ਵਾਸਤੇ ਔਖੀ ਪੜ੍ਹਾਈ ਪੜ੍ਹਦੇ ਨੇ, ਉਹ ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਦੇ ਨੇ ਵੀ ਸ਼ਾਇਦ ਇਹਨਾਂ ਗ੍ਰੰਥਾਂ ਦੀ ਵਿਚਾਰ ਰਾਹੀਂ ਅਸੀਂ ਰੱਬ ਜੀ ਦੀ ਕਿਰਪਾ ਪ੍ਰਾਪਤ ਕਰ ਸਕਦੇ ਹਾਂ, ਅਸੀਂ ਰੱਬ ਦੇ ਨੇੜੇ ਆਪਣੇ ਆਪ ਨੂੰ ਮਹਿਸੂਸ ਕਰ ਸਕਦੇ ਹਾਂ। ਗਾਵੇ ਕੋ ਸਾਜ ਕਰੇ ਤਨਖੇ। Some say that their God has the power to create and destroy in an instant. ਕਈ ਕਹਿੰਦੇ ਨੇ ਕਿ ਸਾਡੇ ਰੱਬ ਦੇ ਕੋਲ ਇੰਨੀ ਤਾਕਤ ਹੈ ਕਿ ਅਸੀਂ ਸਾਡੇ ਰੱਬ ਦੇ ਅੱਗੇ ਜਦੋਂ ਅਰਦਾਸ ਕਰਦੇ ਹਾਂ ਉਹ ਸਾਡੀ ਸੁਣਦਾ ਹੈ, ਤਾਂ ਉਹ ਮਿੰਟ ਵਿੱਚ ਸਾਜ ਸਕਦਾ ਹੈ, ਮਿੰਟ ਵਿੱਚ ਢਾ ਸਕਦਾ ਹੈ। We have all heard, there are stories in our community as well, that Baba Ji did this much bhakti, that Baba Ji did this much meditation, and when he did ardas in front of God, God heard his ardas and fulfilled his needs. ਸਾਰਿਆਂ ਨੇ ਸਾਖੀਆਂ ਸੁਣੀਆਂ ਹਨ ਕਿ ਫਲਾਣੇ ਬਾਬੇ ਦੇ ਕੋਲ ਇੰਨੀ ਤਾਕਤ ਸੀ, ਫਲਾਣਾ ਬਾਬਾ ਇੰਨੀ ਭਗਤੀ ਕਰਦਾ ਸੀ ਕਿ ਜਦੋਂ ਉਹ ਰੱਬ ਦੇ ਅੱਗੇ ਅਰਦਾਸ ਕਰਦਾ ਸੀ, ਰੱਬ ਨੇੜੇ ਹੋ ਕੇ ਸੁਣਦਾ ਸੀ, ਤਾਂ ਫਿਰ ਰੱਬ ਉਹਦੇ ਉੱਤੇ ਕਿਰਪਾ ਦਾ ਮੀਂਹ ਬਰਸਾਉਂਦਾ ਸੀ। ਰੱਬ ਉਹਦੀ ਅਰਦਾਸ ਸੁਣ ਕੇ ਉਹ ਸਾਜਦਾ ਸੀ ਉਹਦੇ ਲਈ, ਤੇ ਰੱਬ ਉਹਦੀ ਅਰਦਾਸ ਸੁਣ ਕੇ ਢਾਉਂਦਾ ਸੀ। ਵੀ ਸੁਨਾਮੀ ਆਇਆ, ਰੱਬ ਨੇ ਅਰਦਾਸ ਸੁਣੀ ਤੇ ਰੱਬ ਨੇ ਸੁਨਾਮੀ ਦਾ ਕਹਿਰ ਰੋਕ ਦਿੱਤਾ। ਵੀ there was a tsunami coming, or Baba Ji did ardas and God controlled the damage that would have been done if the tsunami actually hit without the Baba doing bhakti. ਹਾਲਾਂਕਿ ਗੁਰਬਾਣੀ ਸਾਨੂੰ ਬੜੀ ਕਲੀਅਰਲੀ ਸਮਝਾਉਂਦੀ ਹੈ ਕਿ ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਲਿਵੈ ਦੇ।
ਗਾਵੇ ਕੋ ਸਾਜ ਕਰੇ ਤਨਖੇ, ਆਪੋ ਆਪਣੀ ਸਮਝ ਦੇ ਮੁਤਾਬਕ ਲੋਕ ਕਹਿੰਦੇ ਨੇ ਕਿ ਸਾਡਾ ਰੱਬ ਸਾਜਦਾ ਹੈ, ਸਾਡਾ ਰੱਬ ਢਾਉਂਦਾ ਹੈ। ਗਾਵੇ ਕੋ ਜੀ ਲੈ ਫਿਰਦੇ, ਵੀ they say that their God has the power to put them in the cycle of reincarnation if they do not adhere to God's requirements। ਵੀ ਸਾਡੇ ਰੱਬ ਦੇ ਕੋਲ ਇੰਨੀ ਤਾਕਤ ਹੈ ਕਿ ਉਹ 84 ਲੱਖ ਜੁਨਾਂ ਦੇ ਚੱਕਰ ਵਿੱਚ ਪਾ ਸਕਦਾ ਹੈ ਜੇ ਤੁਸੀਂ ਮਾੜੇ ਕੰਮ ਕਰਦੇ ਹਾਂ ਮਨੁੱਖਾ ਸਰੀਰ ਪ੍ਰਾਪਤ ਕਰਕੇ। ਗਾਵੇ ਕੁ ਜਾਪੈ ਦਿਸੈ ਦੂਰ, ਕਈ ਕਹਿੰਦੇ ਨੇ ਕਿ ਸਾਡਾ ਰੱਬ 7ਵੇਂ ਅਸਮਾਨ ਤੇ ਬੈਠਾ ਹੈ। some say that God lives in the heaven, God is the controller of the heavens। ਗਾਵੇ ਕੁ ਵੇਖੈ ਹਾਦਰਾ ਹਦੂਰ, ਕਈ ਕਹਿੰਦੇ ਨੇ ਕਿ ਸਾਡਾ ਰੱਬ ਨੇੜੇ ਹੋ ਕੇ ਸਾਡਿਆਂ ਕਰਮਾਂ ਨੂੰ ਦੇਖਦਾ ਹੈ। some say that God watches our each and every action very closely, very carefully। And up to here, Guru Nanak Pasha paints an image of the society that they are living in at that time। ਇੱਥੋਂ ਤੱਕ ਗੁਰੂ ਪਾਤਸ਼ਾਹ ਸਮਾਜ ਦਾ ਇੱਕ ਨਕਸ਼ਾ ਖਿੱਚ ਕੇ ਸਾਡੇ ਸਾਹਮਣੇ ਰੱਖ ਦਿੰਦੇ ਨੇ ਕਿ ਆਹ ਦੁਨੀਆ ਦੇ ਲੋਕ ਧਰਮ ਦੇ ਨਾਮ ਦੇ ਉੱਤੇ ਮੰਨਦੇ ਹਨ, ਆਹ ਕਰਮਕਾਂਡ ਦੁਨੀਆ ਦੇ ਲੋਕ ਧਰਮ ਦੇ ਨਾਮ ਦੇ ਉੱਤੇ ਕਰਦੇ ਹਨ। ਪਰ ਅਫਸੋਸ ਵਾਲੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਪੜ੍ਹਨ ਵਾਲੇ ਲੋਕ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਨਮਸਕਾਰ ਕਰਨ ਵਾਲੇ ਲੋਕ, ਜਪਜੀ ਸਾਹਿਬ ਦੀ ਬਾਣੀ ਰੋਜ਼ ਪੜ੍ਹਨ ਵਾਲੇ ਲੋਕ ਅੱਜ ਵੀ ਉਸੇ ਨਕਸ਼ਾ ਦੇ ਵਿੱਚ ਫਿੱਟ, ਉਸੇ ਨਕਸ਼ੇ ਦੇ ਵਿੱਚ ਅੱਜ ਫਿੱਟ ਬਹਿੰਦੇ ਨੇ। The sad part about it is that the community that reveres Guru Granth Sahib Ji, the community that bows down in front of Guru Granth Sahib Pasha, the community that does Japji Sahib da Paath each and every single day, we fit in that very same image that Guru Nanak Pasha drew 500 plus years ago। Because up to this point, Guru Pasha says, Kathna kathi na aave tot। Each and every community gives their own depiction of their own God। ਵੀ ਦੁਨੀਆ ਦੇ ਉੱਤੇ ਰੱਬ ਜੀ ਦੇ ਗੁਣ ਗਾਉਣ ਵਾਲਿਆਂ ਲੋਕਾਂ ਦਾ ਅੰਤ ਹੀ ਨਹੀਂ ਪਾ ਸਕਦੇ ਤੁਸੀਂ। ਆਪ ਰੱਬ ਘੜ ਲਿਆ, ਆਪ ਉਹਦੇ ਗੁਣ ਘੜ ਲਏ ਤੇ ਆਪ ਉਹਨਾਂ ਗੁਣਾਂ ਨੂੰ ਜਪੀ ਜਾਂਦੇ ਹਨ। ਕਥਨਾ ਕਥੀ, ਆਪ ਉਹਨਾਂ ਗੁਣਾਂ ਦੀ ਕਥਾ ਕਰਦੇ ਨੇ, ਆਪੋ ਆਪਣੇ ਰੱਬ ਦੇ ਬਾਰੇ ਇਹ ਕਹਿੰਦੇ ਨੇ ਕਿ ਸਾਡਾ ਰੱਬ ਇੱਦਾਂ ਕਰ ਦਿੰਦਾ ਹੈ, ਸਾਡਾ ਰੱਬ ਉੱਦਾਂ ਕਰ ਦਿੰਦਾ ਹੈ, ਸਾਡਾ ਰੱਬ ਇੱਦਾਂ ਦਾ ਹੈ, ਸਾਡਾ ਰੱਬ ਉੱਦਾਂ ਦਾ ਹੈ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। Generations have been giving this depiction of God, have been putting this depiction of God so on and so forth to the next generation। ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸਦੇ ਨੇ ਕਿ ਸਾਡਾ ਰੱਬ ਇੱਦਾਂ ਦਾ ਹੈ, ਸਾਡਾ ਰੱਬ ਉੱਦਾਂ ਦਾ ਹੈ। ਤੇ ਫਿਰ ਜਾ ਕੇ ਗੁਰੂ ਪਾਤਸ਼ਾਹ ਆਪ ਦੀ ਗੱਲ ਕਰਦੇ ਨੇ ਵੀ ਗੱਲ ਅਸਲ ਦੇ ਵਿੱਚ ਇਹ ਹੈ, ਇਨ ਰਿਐਲਿਟੀ ਦਿੰਦਾ ਦੇ ਲੈਂਦੇ ਥੱਕ ਪਾਹੇ, that system of nature, without us doing ardas in front of it, without us trying to have to satisfy that system of nature, what is it doing? ਕਹਿੰਦੇ ਕੁਦਰਤ ਦਾ ਜਿਹੜਾ ਵਿਧਾਨ ਹੈ, ਕੁਦਰਤ ਦਾ ਜਿਹੜਾ ਸਿਸਟਮ ਹੈ, ਕੁਦਰਤ ਦੇ ਜਿਹੜੇ ਨਿਯਮ ਹਨ, ਉਹਨਾਂ ਦੇ ਅੱਗੇ ਅਰਦਾਸ ਕਰਨ ਦੀ ਵੀ ਲੋੜ ਨਹੀਂ, ਉਹਨਾਂ ਨੂੰ ਮਨਾਉਣ ਦੀ ਵੀ ਲੋੜ ਹੀ ਨਹੀਂ ਪੈਂਦੀ। ਉਹ ਤਾਂ ਦਿੰਦਾ ਦੇ, ਉਹ ਦਾਤਾਂ ਦੇਈ ਜਾਂਦਾ ਦੇਈ ਜਾਂਦਾ ਦੇਈ ਜਾਂਦਾ, ਉਹ ਵਿਧਾਨ ਦੇਈ ਜਾਂਦਾ ਸਾਨੂੰ। That system of nature, it gives and it gives and it gives। ਲੈਂਦੇ ਥੱਕ ਪਾਹੇ, sometimes we do not even know the blessings we are receiving। We do not even know what illness will inflict us, and our immune system already has a response ready for it। Juga Jagantar Khahi Khahen, for eons and eons we have been using the blessings that nature has given us, and we will continue using those blessings। ਕਹਿੰਦੇ ਦੁਨੀਆ ਦੇ ਲੋਕ ਕੁਦਰਤ ਦੇ ਨਿਯਮਾਂ ਨੂੰ, ਕੁਦਰਤ ਦੀ ਕਿਰਪਾ ਨੂੰ ਵਰਤਦੇ ਆ ਰਹੇ ਹਨ, ਅੱਜ ਵੀ ਵਰਤਦੇ ਨੇ ਤੇ ਵਰਤਦੇ ਰਹਿਣਗੇ। ਕਹਿੰਦੇ ਹੁਕਮੀ ਹੁਕਮ ਚਲਾਏ ਰਾਹ, the one that understands and connects with that law of nature, the one that walks on the path of that understanding। ਕਹਿੰਦੇ ਨੇ ਜਿਹੜਾ ਇਨਸਾਨ ਉਹਨਾਂ ਨਿਯਮਾਂ ਨੂੰ ਸਮਝ ਕੇ ਉਹਨਾਂ ਨਿਯਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਵਾਲੇ ਰਾਹ ਤੇ ਤੁਰ ਪੈਂਦਾ ਹੈ, ਨਾਨਕ ਵਿਗਸੈ ਬੇਪਰਵਾਹ, ਉਹਦੀ ਜ਼ਿੰਦਗੀ ਬੜੀ ਸੌਖੀ ਬਣ ਜਾਂਦੀ ਹੈ। that human being, that individual obtains a very peaceful life। then he knows, ਫਿਰ ਉਹਨੂੰ ਪਤਾ ਲੱਗ ਜਾਂਦਾ ਹੈ, ਫਿਰ ਉਹ ਬੇਪਰਵਾਹ ਬਣ ਜਾਂਦਾ ਹੈ, ਜ਼ਿੰਮੇਵਾਰੀਆਂ ਨਿਭਾਉਂਦਾ ਹੈ। he fulfills his responsibilities, he provides virtues for the betterment of the society that he is living in, he puts in his daily work
for the betterment of the world, for the betterment of his family. But at the end of the day he knows कि उन्हें पता है कि चिंता तां की कीजिए जो अनहोनी होए, ये मार्ग संसार को नानक थिर नहीं कोई। वो फिर चिंता तो रहत होके रहिंदा है, वो फिर टेंशन तो रहत होके रहिंदा है। He is free of tension, he is free of worrying, because he knows that everything is happening in accordance to the law of nature. And the sooner I understand that, the sooner I come to terms with that, the sooner I will begin living a very peaceful and happy lifestyle. So इस करके आओ गुरबाणी ਨੂੰ ਪੜ੍ਹ ਕੇ, ਗੁਰਬਾਣੀ ਨੂੰ ਸਮਝ ਕੇ, ਗੁਰਬਾਣੀ ਨੂੰ ਵਿਚਾਰ ਕੇ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। Let us read ਗੁਰਬਾਣੀ, let us understand ਗੁਰਬਾਣੀ, let us implement ਗੁਰਬਾਣੀ into our daily lives so that we may live a life full of confidence, live a life full of freedom like our Guru Padshah did before us। ਗੁਰਬਾਣੀ ਤੋਂ ਸੇਧ ਲੈ ਕੇ ਇਹ ਸਿੱਖਣ ਦੀ ਕੋਸ਼ਿਸ਼ ਕਰੀਏ ਵੀ ਅਸੀਂ ਆਜ਼ਾਦੀ ਨਾਲ ਕਿਵੇਂ ਆਪਣੇ ਫੈਸਲੇ ਆਪ ਲੈ ਸਕਦੇ ਹਾਂ, ਜਿਵੇਂ ਕਿ ਸਾਡਿਆਂ ਗੁਰੂ ਸਾਹਿਬਾਨਾਂ ਨੇ ਲਏ ਸਨ। ਜ਼ਿੰਮੇਵਾਰੀਆਂ ਕਿੱਦਾਂ ਨਿਭਾਈਆਂ ਜਾਂਦੀਆਂ ਹਨ, ਜਿਵੇਂ ਕਿ ਸਾਡਿਆਂ ਗੁਰੂ ਸਾਹਿਬਾਨਾਂ ਨੇ ਸਮਾਜ ਨੂੰ, ਦੁਨੀਆ ਨੂੰ ਨਿਭਾ ਕੇ ਵਿਖਾਈਆਂ। ਅੱਜ ਲਈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।